ਆਸ਼ਾ ਕੀ ਵਾਰ ਦੀ 9ਵੀਂ ਪੌੜੀ। ਤੇ ਜਿਸ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਦੋ ਸ਼ਲੋਕ ਹਨ। ਦੋ ਆਸ਼ਾ ਕੀ ਵਾਰ ਦਾ ਕੀਰਤਨ ਆਰੰਭ ਹੋਵੇ, ਉਸ ਤੋਂ ਪਹਿਲਾਂ ਮਰਿਆਦਾ ਹੈ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸ਼ਬਦਾਂ ਦਾ ਉਚਾਰ। ਤੇ ਅੱਜ ਦੇ ਬੋਲ ਹਨ ਸਾਹਿਬ ਦੇ ਆਸਾ ਮਹਿਲਾ ਚੌਥਾ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰੂ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਤਨ ਤਨ ਵਣਜਾਰਾ ਵਣਜ ਹੈ, ਗੁਰ ਸ਼ਾਹ ਸ਼ਾਬਾਸ਼ੇ। ਜਨ ਨਾਨਕ ਗੁਰ ਤਿਨ ਪਾਇਆ, ਜਿਨ ਧੁਰ ਲਿਖਤ ਲਿਲਾਟ ਲਿਖਾਸ। ਇਹ ਸਾਹਿਬ ਦੇ ਬੋਲ ਹਨ। ਬੋਲ ਸਾਹਿਬ ਜੀ ਕਹਿੰਦੇ ਨੇ, ਪ੍ਰਭੂ ਭੰਡਾਰ ਹੈ ਅੰਮ੍ਰਿਤ ਦਾ, ਅੰਮ੍ਰਿਤ ਦਾ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਭੰਡਾਰ ਹੈ। ਪਰ ਇਹ ਭੰਡਾਰਾ, ਇਹ ਖਜ਼ਾਨਾ ਹੈ ਪ੍ਰਭੂ ਦਾ, ਪਰ ਇਹਦੀ ਚਾਬੀ ਗੁਰੂ ਦੇ ਹੱਥ ਵਿੱਚ ਹੈ, ਗੁਰੂ ਦੇ ਹੱਥ ਵਿੱਚ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਇਹ ਅੰਮ੍ਰਿਤ, ਇਹ ਖਜ਼ਾਨਾ, ਇਹ ਭੰਡਾਰ ਪਰਮਾਤਮਾ ਦਾ, ਪਰ ਗੁਰੂ ਦੇ ਕੋਲ ਹੈ, ਗੁਰੂ ਦੇ ਕੋਲ। ਕਿਉਂਕਿ ਗੁਰੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕਿਤਨਾ ਭੇਦ ਹੈ, ਮੈਂ ਉਹ ਅਰਜ਼ ਕਰਦਾ ਹਾਂ। ਜੇਕਰ ਪਰਮਾਤਮਾ ਨੂੰ ਜੋਤ ਰੂਪ ਵਿੱਚ ਦੇਖੀਏ ਤਾਂ ਪਰਮਾਤਮਾ ਹੈ, ਪਰਮਾਤਮਾ ਹੈ। ਜੇਕਰ ਉਸੇ ਜੋਤ ਨੂੰ ਸ਼ਬਦ ਰੂਪ ਵਿੱਚ ਦੇਖੀਏ ਤਾਂ ਫਿਰ ਗੁਰੂ ਹੈ, ਗੁਰੂ ਹੈ। ਜੋਤ ਰੂਪ ਵਿੱਚ ਆਪ ਹੈ, ਸ਼ਬਦ ਰੂਪ ਵਿੱਚ ਗੁਰੂ ਹੈ, ਗੁਰੂ ਹੈ। ਜੇਕਰ ਇਹ ਅੰਮ੍ਰਿਤ ਚਾਹੀਦਾ ਹੈ, ਭੰਡਾਰ ਚਾਹੀਦਾ ਹੈ, ਤਾਂ ਫਿਰ ਗੁਰੂ ਦੇ ਕੋਲ ਬੈਠਣਾ ਪਏਗਾ, ਬੈਠਣਾ ਪਏਗਾ। ਗੁਰੂ ਦੇ ਕੋਲ ਬੈਠਣ ਦੀ ਜੋ ਮਰਿਆਦਾ ਹੈ, ਉਹ ਬੜੀ ਕਮਾਲ ਦੀ ਹੈ, ਕਮਾਲ ਦੀ। ਸਾਹਿਬ ਜੀ ਕਹਿੰਦੇ ਨੇ, ਜੋ ਗੁਰੂ ਹੈ ਉਹ ਐਸਾ ਸ਼ਾਹ ਹੈ, ਐਸਾ ਸ਼ਾਹੂਕਾਰ ਹੈ, ਸੱਚਾ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਦੁਨੀਆਂ ਦੇ ਵਿੱਚ ਬਹੁਤ ਕਿਸਮ ਦੇ ਸ਼ਾਹ ਨੇ, ਬਹੁਤ ਕਿਸਮ ਦੇ, ਪਰ ਸਮਾਂ ਪਾ ਕੇ ਉਹ ਸ਼ਾਹ ਗਰੀਬ ਵੀ ਬਣ ਜਾਂਦੇ ਨੇ। ਸਮਾਂ ਪਾ ਕੇ ਉਹਨਾਂ ਸ਼ਾਹਾਂ ਨੂੰ ਕਿਸੇ ਹੋਰ ਪਾਸੋਂ ਵੀ ਮੰਗਣਾ ਪੈਂਦਾ ਹੈ, ਮੰਗਣਾ ਪੈਂਦਾ ਹੈ। ਇਹ ਮਰਿਆਦਾ ਹੈ। ਪਰ ਗੁਰੂ ਇੱਕ ਐਸਾ ਸ਼ਾਹ ਹੈ ਜਿਸ ਨੂੰ ਕਹਿ ਦਿੱਤਾ ਸੱਚਾ ਸ਼ਾਹ, ਸੱਚਾ। ਜੋ ਅੱਜ ਵੀ ਸ਼ਾਹ ਹੈ, ਕੱਲ ਵੀ ਸੀ ਤੇ ਆਉਣ ਵਾਲੇ ਕੱਲ ਵਿੱਚ ਵੀ ਹੋਵੇਗਾ ਇਸੇ ਤਰ੍ਹਾਂ ਪਰਿਪੂਰਨ, ਪਰਿਪੂਰਨ। ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ। ਗੁਰੂ ਇੱਕ ਐਸਾ ਸ਼ਾਹ ਹੈ ਜੋ ਸੱਚ ਹੈ, ਸੱਚ ਹੈ, ਟਿਕਾਏਮਾਨ ਹੈ, ਹੋਂਦ ਵਾਲਾ ਹੈ, ਤੇ ਉਹਦਾ ਨਾਮਣਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਹੁਣ ਇਹ ਖਜ਼ਾਨਾ ਮਿਲਦਾ ਕਿਸ ਨੂੰ ਹੈ, ਕਿਸ ਨੂੰ? ਸਾਹਿਬ ਜੀ ਕਹਿੰਦੇ ਨੇ, ਇਹ ਖਜ਼ਾਨਾ ਮਿਲਦਾ ਹੈ ਸਿੱਖ ਨੂੰ, ਸਿੱਖ ਨੂੰ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਸਿੱਖ ਨੂੰ ਇੱਕ ਐਸੀ ਦੌਲਤ ਦਿੰਦਾ ਹੈ, ਇੱਕ ਐਸੀ ਪੂੰਜੀ, ਇੱਕ ਐਸੀ ਰਾਸ ਜੋ ਲੋਕ ਪਰਲੋਕ ਦੇ ਵਿੱਚ ਸੰਗੀ ਹੁੰਦੀ ਹੈ, ਸੰਗੀ ਹੁੰਦੀ ਹੈ। ਪਰ ਦਿੰਦਾ ਕਿਸ ਨੂੰ ਹੈ? ਸਿੱਖ ਨੂੰ।
ਸਿੱਖ ਨੂੰ। ਮੈਂ ਆਪ ਜੀ ਨੂੰ ਅਰਜ਼ ਕਰ ਦਵਾਂ, ਸਿੱਖ ਕਿਸ ਨੂੰ ਕਹਿੰਦੇ ਨੇ? ਕਿਸ ਨੂੰ? ਇਹ ਸ਼ਬਦ ਚੱਲਿਆ ਹੈ ਸੰਸਕ੍ਰਿਤ ਤੋਂ ਸ਼ਿਸ਼ਯ, ਔਰ ਸ਼ਿਸ਼ਯ ਦਾ ਭਾਵ ਹੈ ਜੋ ਸਿੱਖਣ ਵਾਲਾ ਹੈ, ਸਿੱਖਣ ਵਾਲਾ। ਫਿਰ ਧੀਰੇ ਧੀਰੇ ਕਰਕੇ ਇਹ ਸ਼ਬਦ ਪਹੁੰਚ ਗਿਆ ਸਿੱਖ ਤੱਕ, ਸਿੱਖ ਬਣ ਗਿਆ। ਸ਼ਿਸ਼ਯ ਤੋਂ ਸ਼ੁਰੂ ਹੋਇਆ, ਸਿੱਖ ਤੱਕ ਪਹੁੰਚ ਗਿਆ। ਸਿੱਖ, ਸਿੱਖ ਉਸ ਨੂੰ ਕਹਿੰਦੇ ਨੇ ਜਿਹੜਾ ਸਿੱਖਣ ਲਈ ਬੈਠਾ ਹੈ, ਸਿੱਖਣ ਲਈ। ਸਾਰੀ ਜ਼ਿੰਦਗੀ ਉਸਨੇ ਸਿੱਖਦੇ ਹੀ ਰਹਿਣਾ, ਸਿੱਖਦੇ ਹੀ ਰਹਿਣਾ, ਸਿੱਖਦੇ ਹੀ ਰਹਿਣਾ ਸਾਰੀ ਜ਼ਿੰਦਗੀ। ਦੁਨੀਆ ਦੇ ਵਿੱਚ ਇੱਕ ਸ਼ਬਦ ਹੈ ਬੁੱਧ, ਦੂਜਾ ਸ਼ਬਦ ਹੈ ਜੈਨ। ਮੈਂ ਅਰਜ਼ ਕਰ ਦਵਾਂ, ਬੁੱਧ ਉਸ ਨੂੰ ਕਹਿੰਦੇ ਨੇ ਜਿਸ ਨੇ ਪਾ ਲਿਆ ਗਿਆਨ ਨੂੰ, ਉਸ ਨੂੰ ਕਹਿੰਦੇ ਨੇ ਬੁੱਧ। ਜੈਨ ਉਸ ਨੂੰ ਕਹਿੰਦੇ ਨੇ ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ, ਜਿੱਤ ਲਿਆ, ਵਿਕਾਰਾਂ ਨੂੰ ਜਿੱਤ ਲਿਆ। ਜਿਨ ਤੋਂ ਜੈਨ ਬਣਿਆ, ਉਸ ਨੂੰ ਕਹਿੰਦੇ ਨੇ ਜੈਨ। ਪਰ ਗੁਸਤਾਖੀ ਮਾਫ, ਜੇਕਰ ਅੰਦਰ ਕੁਝ ਵੀ ਨਾ ਹੋਵੇ ਤੇ ਬਾਹਰ ਮਨੁੱਖ ਕਹਿ ਦਵੇ ਮੈਂ ਬੁੱਧ ਹਾਂ। ਅੰਦਰ ਕੁਝ ਵੀ ਨਾ ਹੋਵੇ, ਬਾਹਰ ਮਨੁੱਖ ਕਹਿ ਦਵੇ ਮੈਂ ਬੁੱਧ ਹਾਂ, ਮੈਨੂੰ ਗਿਆਨ ਹੈ, ਮੈਨੂੰ ਸਮਝ ਹੈ। ਮੈਂ ਫਿਰ ਅਰਜ਼ ਕਰਾਂ, ਬੁੱਧ ਦਾ ਭਾਵ ਹੈ ਗਿਆਨੀ, ਗਿਆਨੀ ਪੁਰਸ਼। ਸਾਹਿਬ ਨੇ ਵੀ ਬਾਣੀ ਵਿੱਚ ਕਿਹਾ ਕਿ ਕਿਤਨੇ ਹੀ ਬੁੱਧ ਨੇ, ਕਿਤਨੇ ਹੀ ਸਿੱਧ ਨੇ, ਕਿਤਨੇ ਹੀ। ਜਿਸ ਮਨੁੱਖ ਦੇ ਅੰਦਰ ਵਿੱਚ ਗਿਆਨ ਨਾ ਹੋਵੇ ਤੇ ਬਾਹਰ ਕਹਿੰਦਾ ਹੋਵੇ ਮੈਂ ਬੁੱਧ ਹਾਂ, ਸਾਹਿਬ ਜੀ ਕਹਿੰਦੇ ਨੇ ਨਹੀਂ, ਨਹੀਂ। ਜੇਕਰ ਅੰਦਰ ਵਿਕਾਰ ਮੌਜੂਦ ਹਨ, ਵਿਕਾਰਾਂ ਨੂੰ ਜਿੱਤਿਆ ਨਹੀਂ ਤੇ ਬਾਹਰ ਮਨੁੱਖ ਕਹਿੰਦਾ ਹੈ ਮੈਂ ਜਿੱਤ ਲਿਆ, ਜੈਨ, ਸਾਹਿਬ ਜੀ ਕਹਿੰਦੇ ਨੇ ਨਹੀਂ, ਨਹੀਂ। ਤੇ ਉਸੇ ਤਰ੍ਹਾਂ ਜਿਹੜਾ ਮਨੁੱਖ ਸਿੱਖਣ ਲਈ ਬੈਠਾ ਹੈ, ਮੈਂ ਸਿੱਖਣਾ ਹੈ, ਸਿੱਖਣਾ ਹੈ, ਉਸ ਨੂੰ ਕਹਿੰਦੇ ਨੇ ਸਿੱਖ ਹੈ, ਸਿੱਖ ਹੈ। ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਤੇ ਉਮਰ ਦਾ ਤਕਾਜ਼ਾ ਨਹੀਂ ਹੈ, ਤਕਾਜ਼ਾ ਨਹੀਂ ਹੈ। ਇੱਕ ਬਜ਼ੁਰਗ ਹੈ, ਬੱਚੇ ਤੋਂ ਸਿੱਖ ਸਕਦਾ ਹੈ, ਸਿੱਖ ਸਕਦਾ। ਔਰ ਕਈ ਦਫਾ ਬੱਚੇ ਵੀ ਐਸੀ ਗੱਲ ਕਹਿ ਜਾਂਦੇ ਨੇ ਜੋ ਬਜ਼ੁਰਗ ਵੀ ਮਜਬੂਰ ਹੋ ਜਾਂਦਾ ਹੈ ਉਸ ਨੂੰ ਸਿੱਖਣ ਵਾਸਤੇ, ਸਿੱਖਣ ਵਾਸਤੇ। ਕਿ ਇਤਨੀ ਕਮਾਲ ਦੀ ਗੱਲ ਇਸ ਬੱਚੇ ਨੇ ਕਹਿ ਦਿੱਤੀ, ਇਤਨੀ ਕਮਾਲ ਦੀ ਗੱਲ ਜਿਸ ਗੱਲ ਦਾ ਅੱਜ ਤੱਕ ਮੈਨੂੰ ਖਬਰ ਨਹੀਂ ਸੀ, ਅੱਜ ਤੱਕ ਖਬਰ ਨਹੀਂ ਸੀ। ਐਸੀ ਗੱਲ ਕਹਿ ਦਿੱਤੀ, ਐਸੀ ਗੱਲ। ਮੈਂ ਕਈ ਦਫਾ ਆਪ ਜੀ ਨੂੰ ਅਰਜ਼ ਕੀਤੀ ਕਿ ਜਦੋਂ ਸੁਕਰਾਤ ਆਪਣੇ ਘਰ ਚੋਂ ਬਾਹਰ ਨਿਕਲਦਾ ਸੀ ਤਾਂ ਲੋਕ ਉਸ ਨੂੰ ਦੇਖਦੇ ਸੀ ਤਾਂ ਇੱਕ ਪਾਸੇ ਹੋ ਜਾਂਦੇ ਸੀ, ਇੱਕ ਪਾਸੇ। ਕਾਰਨ ਕੀ ਸੀ? ਇਹ ਇਤਨਾ ਵੱਡਾ ਦਾਰਸ਼ਨਿਕ ਹੈ, ਇਸ ਨੇ ਕੋਈ ਨਾ ਕੋਈ ਸਵਾਲ ਪੁੱਛਣਾ ਹੈ, ਸਵਾਲ। ਔਰ ਇਹਦੇ ਸਵਾਲ ਐਸੇ ਹੁੰਦੇ ਨੇ ਕਿ ਜਿਨ੍ਹਾਂ ਦਾ ਜਵਾਬ ਦੇਣਾ ਬੜਾ ਔਖਾ ਹੁੰਦਾ ਹੈ, ਬੜਾ ਔਖਾ। ਤੇ ਲੋਕ ਪਾਸਾ ਕਰ ਜਾਂਦੇ ਸੀ, ਪਾਸਾ। ਅੱਜ ਕੀ ਹੋਇਆ? ਸੁਕਰਾਤ ਜਾ ਰਿਹਾ ਹੈ, ਛੋਟਾ ਜਿਹਾ ਬੱਚਾ ਸਾਹਮਣੇ ਆ ਰਿਹਾ ਹੈ ਤੇ ਉਹਦੇ ਹੱਥ ਵਿੱਚ ਦੀਵਾ ਹੈ, ਦੀਵਾ ਹੈ। ਸੁਕਰਾਤ ਉਸ ਬੱਚੇ ਨੂੰ ਕਹਿੰਦੇ ਨੇ ਮੇਰੇ ਸਵਾਲ ਦਾ ਜਵਾਬ ਦਿਓ, ਸਵਾਲ ਦਾ। ਬੱਚਾ ਕਹਿੰਦਾ ਹੈ ਬੋਲੋ। ਸੁਕਰਾਤ ਕਹਿੰਦਾ ਹੈ ਤੇਰੇ ਹੱਥ ਵਿੱਚ ਜਿਹੜਾ ਦੀਵਾ ਹੈ, ਇਹਦੀ ਜਿਹੜੀ ਲੋਹ ਹੈ ਇਹ ਕਿੱਥੋਂ ਆਈ ਹੈ, ਕਿੱਥੋਂ ਆਈ? ਹੁਣ ਬੱਚਾ ਸੋਚਦਾ ਹੈ ਕਿ ਇਸ ਦੀਵੇ ਦੀ ਜਿਹੜੀ ਲੋਹ ਹੈ, ਬੱਤੀ ਹੈ, ਕਿੱਥੋਂ ਆਈ ਹੈ, ਕਿੱਥੋਂ ਆਈ ਹੈ? ਤੇ ਬੱਚਾ ਸੋਚਦਾ ਹੈ, ਸੋਚਦਿਆਂ ਸੋਚਦਿਆਂ ਦੀਵੇ ਨੂੰ ਬੁਝਾ ਦਿੰਦਾ ਹੈ, ਬੱਚਾ ਬੁਝਾ ਦਿੰਦਾ ਹੈ ਦੀਵੇ ਨੂੰ। ਜਦੋਂ ਦੀਵਾ ਬੁਝ ਗਿਆ ਫਿਰ ਸੁਕਰਾਤ ਨੂੰ ਪੁੱਛਦਾ ਹੈ ਬੱਚਾ, ਹੇ ਸੁਕਰਾਤ ਤੂੰ ਬਹੁਤ ਵੱਡਾ ਦਾਰਸ਼ਨਿਕ ਹੈ, ਬਹੁਤ ਵੱਡਾ, ਹੁਣ ਤੂੰ ਮੈਨੂੰ ਦੱਸ ਇਹ ਲੋ ਗਈ ਕਿੱਥੇ, ਗਈ ਕਿੱਥੇ? ਹੁਣ ਤੂੰ ਦੱਸ ਪਹਿਲਾਂ, ਤੇਰੇ ਸਵਾਲ ਦਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾ, ਬਾਅਦ ਵਿੱਚ। ਕਹਿੰਦੇ ਨੇ ਸੁਕਰਾਤ ਬਹੁਤ ਦੇਰ ਤੱਕ ਸੋਚਦਾ ਰਿਹਾ, ਸੋਚਦਾ ਰਿਹਾ। ਹੁਣ ਮੈਂ ਕੀ ਜਵਾਬ ਦਵਾਂ ਇਸ ਬੱਚੇ ਨੂੰ, ਕੀ ਜਵਾਬ? ਜਦੋਂ ਸੁਕਰਾਤ ਖਾਮੋਸ਼ ਰਿਹਾ ਫਿਰ ਬੱਚੇ ਨੇ ਕਹਿ ਦਿੱਤਾ, ਹੇ ਸੁਕਰਾਤ ਖਾਮੋਸ਼ ਹੋਣ ਦੀ ਲੋੜ ਨਹੀਂ, ਇਹ ਜੋਤ ਉੱਥੇ ਹੀ ਗਈ ਹੈ ਜਿੱਥੋਂ ਆਈ ਸੀ, ਜਿੱਥੋਂ ਆਈ ਸੀ ਉੱਥੇ ਹੀ ਚਲੀ ਗਈ,
ਉੱਥੇ ਕਹਿੰਦੇ ਨੇ ਕਿ ਸੁਕਰਾਤ ਨੇ ਉਸ ਬੱਚੇ ਨੂੰ ਮੱਥਾ ਟੇਕਿਆ, ਬੱਚੇ ਨੂੰ, ਔਰ ਇਹ ਪ੍ਰਣ ਕੀਤਾ ਕਿ ਮੈਂ ਸਾਰੀ ਜ਼ਿੰਦਗੀ ਸਿੱਖਣਾ ਹੈ, ਭਾਵੇਂ ਇੱਕ ਬੱਚੇ ਤੋਂ ਕਿਉਂ ਨਹੀਂ ਮੈਂ ਸਿੱਖਣਾ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ, ਧੰਨ ਗੁਰੂ ਨਾਨਕ ਸਾਹਿਬ ਦਾ ਸਿੱਖ ਸਾਰੀ ਜ਼ਿੰਦਗੀ ਸਿੱਖਦਾ ਰਹੇ, ਸਾਰੀ ਜ਼ਿੰਦਗੀ, ਔਰ ਸਿੱਖਦਿਆਂ ਉਹ ਸੰਤ ਵੀ ਬਣ ਜਾਵੇ, ਸਿੱਖਦਿਆਂ ਬ੍ਰਹਮ ਗਿਆਨੀ ਦੀ ਅਵਸਥਾ ਤੇ ਪਹੁੰਚ ਜਾਵੇ, ਪਰ ਫਿਰ ਵੀ ਆਪਣੇ ਆਪ ਨੂੰ ਅਖਵਾਵੇ, ਮੈਂ ਸਿੱਖ ਹਾਂ। ਕਦੇ ਦਾਵਾ ਨਹੀਂ ਕਰਨਾ ਕਿ ਮੈਂ ਸੰਤ ਹਾਂ, ਕਦੇ ਦਾਵਾ ਨਹੀਂ ਕਰਨਾ ਕਿ ਮੈਂ ਬ੍ਰਹਮ ਗਿਆਨੀ ਹਾਂ। ਸਾਹਿਬ ਜੀ ਕਹਿੰਦੇ ਨੇ ਸਾਰੀ ਜ਼ਿੰਦਗੀ ਸਿੱਖਦਾ ਰਹੇ, ਕਿਉਂਕਿ ਕੁਦਰਤ ਬਹੁਤ ਕੁਝ ਸਿਖਾ ਰਹੀ ਹੈ, ਬਹੁਤ ਕੁਝ ਸਿਖਾ ਰਹੀ। ਸੂਰਜ ਸਿਖਾ ਰਿਹਾ ਹੈ, ਧਰਤੀ ਸਿਖਾ ਰਹੀ ਹੈ, ਹਵਾ ਸਿਖਾ ਰਹੀ ਹੈ, ਅਗਨ ਵੀ ਮਨੁੱਖ ਨੂੰ ਸਿਖਾ ਰਹੀ ਹੈ। ਹੁਣ ਕੀ ਸਿਖਾ ਰਹੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ब्रह्म ज्ञानी सदा निर्दोष, जैसे सूर सर्व को सोख। ब्रह्म ज्ञानी के दृष्ट समान, जैसे राज रंक को लागे तुल पवान। ब्रह्म ज्ञानी के धीरज एक, ज्यों बसदा कऊ खोदे कऊ चंदन ले। ये उदाहरण देते ने। ब्रह्म ज्ञानी कैसा है? जैसा सूरज। ब्रह्म ज्ञानी कैसा है? जैसी धरती। क्योंकि धरती बहुत कुछ देंदी है पर कदे दावा नहीं करती। सूरज बहुत कुछ दे रहा है पर सूरज कदे ये नहीं कहता कि मैं प्रकाश दिता, कदे नहीं बोलता, कदे नहीं। अगन इतनी तपस देंदी है, कदे नहीं बोलती, कदे भी नहीं। हवा इतनी सेवा कर दी है, कदे नहीं बोलती। कहते ने तू सिख ले, इन्हां तू सिख ले, इन्हां तू। ਜਿਹੜਾ ਮਨੁੱਖ ਸਾਰੀ ਜ਼ਿੰਦਗੀ ਸਿੱਖਦਾ ਰਿਹਾ, ਸਾਹਿਬ ਜੀ ਕਹਿੰਦੇ ਨੇ, ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਧੰਨ ਧੰਨ ਵਣਜਾਰਾ ਵਣਜ ਹੈ, ਗੁਰ ਸ਼ਾਬਾਸ਼ੇ। ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਵਪਾਰ ਨੇ, ਬਹੁਤ ਕਿਸਮ ਦੇ। ਹੁਣ ਜਿਸ ਮਨੁੱਖ ਨੇ ਜੈਸਾ ਵਪਾਰ ਕੀਤਾ ਵੈਸਾ ਨਾਮ ਪੈ ਗਿਆ। ਜੈਸਾ ਵੀ ਵਪਾਰ ਕੀਤਾ ਉਸੇ ਕਿਸਮ ਦਾ ਵਪਾਰੀ ਬਣ ਗਿਆ। ਕੋਈ ਕੱਪੜੇ ਦਾ ਵਪਾਰੀ ਹੈ, ਕੋਈ ਹੀਰੇ ਦਾ ਵਪਾਰੀ ਹੈ, ਕੋਈ ਸੋਨੇ ਦਾ ਵਪਾਰੀ ਹੈ, ਕੋਈ ਕਿਸੇ ਦਾ। ਸਾਹਿਬ ਜੀ ਕੀ ਕਹਿੰਦੇ ਨੇ ਕਿ ਇੱਕ ਵਪਾਰ ਹੋਰ ਵੀ ਹੈ, ਬਾਕੀ ਦੇ ਜਿਤਨੇ ਵੀ ਵਪਾਰ ਨੇ ਉਹਨਾਂ ਦੇ ਵਿੱਚ ਨਫਾ ਵੀ ਹੈ, ਨੁਕਸਾਨ ਵੀ ਹੈ। ਕਈ ਵਾਰ ਹੋ ਜਾਂਦਾ ਹੈ। ਦੁਨੀਆ ਦਾ ਇੱਕ ਵੀ ਵਪਾਰ ਐਸਾ ਨਹੀਂ ਹੈ ਜਿਹਦੇ ਵਿੱਚ ਨਫਾ ਹੀ ਹੋਵੇ, ਨੁਕਸਾਨ ਨਾ ਹੋਵੇ। ਇੱਕ ਵੀ ਵਪਾਰ ਨਹੀਂ ਹੈ, ਇੱਕ ਵੀ। ਉਹ ਵੱਖਰੀ ਗੱਲ ਹੈ ਕਿ ਮੁਨਾਫਾ ਬਹੁਤ ਹੁੰਦਾ ਰਿਹਾ, ਜਾਂ ਉਹ ਵੱਖਰੀ ਗੱਲ ਹੈ ਕਿ ਨੁਕਸਾਨ ਥੋੜਾ ਹੋਇਆ, ਪਰ ਹੁੰਦਾ ਜ਼ਰੂਰ ਹੈ। ਤੇ ਇਹਨਾਂ ਦੇ ਵਿੱਚੋਂ ਇੱਕ ਵਪਾਰ ਐਸਾ ਹੈ ਜਿਹਦੇ ਵਿੱਚ ਕਦੇ ਨੁਕਸਾਨ ਨਹੀਂ ਹੈ, ਨਫਾ ਹੀ ਨਫਾ ਹੈ। ਔਰ ਜਿਸ ਮਨੁੱਖ ਨੇ ਇਹ ਵਪਾਰ ਕੀਤਾ, ਸਾਹਿਬ ਜੀ ਕਹਿੰਦੇ ਨੇ, ਵਪਾਰ ਤਾਂ ਧਨ ਹੈ, ਵਪਾਰੀ ਵੀ ਧਨ ਹੈ। ਜਿਸ ਨੇ ਇਹ ਵਪਾਰ ਕੀਤਾ, ਧਨ ਵਣਜਾਰਾ ਵਣਜ ਹੈ। ਵਣਜਾਰਾ ਕਹਿੰਦੇ ਨੇ ਵਪਾਰੀ ਨੂੰ, ਔਰ ਵਣਜ ਕਹਿੰਦੇ ਨੇ ਵਪਾਰ ਨੂੰ। ਜਿਸ ਮਨੁੱਖ ਨੇ ਇਹ ਵਪਾਰ ਕੀਤਾ ਉਹ ਧਨ ਹੈ। ਅੱਗੇ ਸਾਹਿਬ ਕੀ ਕਹਿੰਦੇ ਨੇ? ਧਨ ਵਣਜਾਰਾ ਵਣਜ ਹੈ, ਗੁਰ ਸ਼ਾਬਾਸ਼। ਗੁਰੂ ਵੱਲੋਂ ਐਸੇ ਵਪਾਰੀ ਨੂੰ ਸ਼ਾਬਾਸ਼ੀ ਮਿਲਦੀ ਹੈ, ਸ਼ਾਬਾਸ਼ੀ। ਹੁਣ ਮੈਂ ਆਪ ਜੀ ਨੂੰ ਅਰਜ਼ ਕਰਾਂ, ਜੇਕਰ ਆਪ ਜੀ ਨੇ ਇਹ ਵਪਾਰ ਕੀਤਾ ਔਰ ਸ਼ਾਬਾਸ਼ੀ ਗੁਰੂ ਵੱਲੋਂ ਮਿਲ ਜਾਵੇ, ਹੁਣ ਹੋਰ ਕੀ ਚਾਹੀਦਾ ਹੈ? ਹੋਰ? ਤੇ ਧਾਰਮਿਕ ਗ੍ਰੰਥ ਕਹਿੰਦੇ ਨੇ ਕਿ ਜਦੋਂ ਗੁਰੂ ਵੱਲੋਂ ਸ਼ਾਬਾਸ਼ੀ ਮਿਲੇ, ਬਹੁਤ ਖੁਸ਼ ਹੋਣਾ। ਔਰ ਜੇਕਰ ਗੁਰੂ ਕੁਝ ਕਹਿ ਦਵੇ, ਗੁਰੂ ਦੇ ਬੋਲ, ਤੇ ਕਦੇ ਨਿਰਾਸ਼ ਨਾ ਹੋਣਾ, ਕਿਉਂਕਿ ਗੁਰੂ ਸਿਖਾ ਰਿਹਾ ਹੈ। ਅਸੀਂ ਸਿੱਖ ਹਾਂ, ਗੁਰੂ ਸਿਖਾ ਰਿਹਾ ਹੈ। ਸਾਹਿਬ ਜੀ ਕਹਿੰਦੇ ਨੇ, ਜਨ ਨਾਨਕ ਗੁਰ ਤਿਨ ਪਾਇਆ,
ਜਿਨ ਧੁਰ ਲਿਖਤ ਲਿਲਾਟ ਲਿਖਾ ਸੇ, ਲਿਖਾ ਸੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਦੇ ਕੋਲ ਬੈਠਣਾ, ਗੁਰੂ ਦੇ ਕਰੀਬ ਬੈਠਣਾ, ਇਹ ਵੱਡੀ ਭਾਗਾਂ ਦੀ ਨਿਸ਼ਾਨੀ ਹੈ, ਸਬੂਤ ਹੈ, ਸਬੂਤ ਹੈ। ਹੁਣ ਕਿਤਨੀ ਦਫਾ ਮਨੁੱਖ ਕਹਿ ਦਿੰਦਾ ਹੈ ਮੈਂ ਸੰਗਤ ਬਹੁਤ ਕੀਤੀ ਪਰ ਮੈਨੂੰ ਮਿਲਿਆ ਕੁਝ ਨਹੀਂ, ਕੁਝ ਨਹੀਂ। ਕਈ ਵਾਰ ਮਨੁੱਖ ਕਹਿ ਦਿੰਦਾ ਹੈ, ਪਰ ਸਾਹਿਬ ਜੀ ਕਹਿੰਦੇ ਨੇ ਤੂੰ ਗੁਰੂ ਦੇ ਕਰੀਬ ਬੈਠਾ ਹੈ, ਇਸ ਤੋਂ ਵੱਡੀ ਨਿਸ਼ਾਨੀ ਹੋਰ ਕੀ ਚਾਹੀਦੀ ਹੈ। ਤੂੰ ਗੁਰੂ ਦੇ ਕਰੀਬ ਬੈਠਾ ਹੈ, ਇਸ ਤੋਂ ਵੱਡਾ ਸਬੂਤ ਕੀ ਚਾਹੀਦਾ ਹੈ। ਉਹਦੀ ਰਹਿਮਤ ਦਾ, ਉਹਦੀ ਰਹਿਮਤ ਦਾ। ਜਿਨ੍ਹਾਂ ਦੇ ਭਾਗ ਚੰਗੇ ਨੇ ਉਹ ਗੁਰੂ ਕੀ ਹਜ਼ੂਰੀ ਵਿੱਚ ਬੈਠਦੇ ਨੇ, ਸੰਗਤ ਵਿੱਚ ਬੈਠਦੇ ਨੇ, ਔਰ ਬਹੁਤ ਕੁਝ ਲਾਹਾ ਖੱਟ ਕੇ ਲੈ ਜਾਂਦੇ ਨੇ, ਖੱਟ ਕੇ, ਕਿਉਂਕਿ ਇੱਥੇ ਨਾਮ ਮਿਲਦਾ ਹੈ, ਨਾਮ। ਹੁਣ ਜਿਹੜਾ ਮਨੁੱਖ ਨਾਮ ਨੂੰ ਛੱਡ ਕੇ ਬਾਕੀ ਦੀ ਖੇਡ ਖੇਡਦਾ ਹੈ ਤੇ ਉਹਨਾਂ ਦੇ ਪਰਥਾਏ ਧੰਨ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ ਸਮਝਣਾ। ਸਲੋਕ ਮਹਿਲਾ ਪਹਿਲਾ। ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀ ਐ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਆਂ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉ ਮੈਂ ਝਖੜਾ ਝਾਕ। ਨਾਨਕ ਲੇਖੈ ਇੱਕ ਗੱਲ, ਇੱਕ ਗੱਲ। ਹੁਣ ਇਸ ਸ਼ਬਦ ਦਾ ਜਿਹੜਾ ਮੂਲ ਭਾਵ ਹੈ, ਮੂਲ ਪੰਕਤੀ ਹੈ, ਉਹਦੇ ਵਿੱਚ ਸਾਹਿਬ ਜੀ ਕਹਿੰਦੇ ਨੇ ਨਾਨਕ ਲੇਖੈ ਇੱਕ ਗੱਲ, ਇੱਕ ਗੱਲ। ਪੁਰਾਤਨ ਸਮਾਂ ਤੋਂ ਇੱਕ ਮਰਿਆਦਾ ਚਲਦੀ ਆ ਰਹੀ ਹੈ, ਮਰਿਆਦਾ। ਵਿਦਿਅਤਾ ਹਾਸਲ ਕਰਨੀ, ਕਿਤਾਬਾਂ ਪੜ੍ਹਨੀਆਂ, ਔਰ ਪੜ੍ਹ ਪੜ੍ਹ ਕੇ ਪੁਸਤਕਾਂ ਦੇ ਢੇਰ ਲਗਾ ਦੇਣੇ, ਢੇਰ ਲਗਾ ਦੇਣੇ। ਕਹਿੰਦੇ ਨੇ ਕਿ ਇੱਕ ਯੁੱਗ ਐਸਾ ਆਇਆ ਜਿਸ ਯੁੱਗ ਦੇ ਵਿੱਚ ਝਗੜਾ ਤਲਵਾਰਾਂ ਦੇ ਨਾਲ ਹੁੰਦਾ ਸੀ, ਪਰ ਇੱਕ ਯੁੱਗ ਐਸਾ ਆਇਆ ਕਿ ਜਿਸ ਯੁੱਗ ਵਿੱਚ ਝਗੜਾ ਤਲਵਾਰਾਂ ਦਾ ਨਹੀਂ, ਝਗੜਾ ਵਿਚਾਰਾਂ ਦਾ ਹੁੰਦਾ ਸੀ, ਵਿਚਾਰਾਂ ਦਾ, ਵਿਚਾਰਾਂ ਦਾ। ਹੁਣ ਵਿਚਾਰਾਂ ਦਾ ਝਗੜਾ ਤੇ ਤਲਵਾਰ ਦਾ ਝਗੜਾ। ਤਲਵਾਰ ਦੇ ਨਾਲ ਕਿਸੇ ਦੁਸ਼ਮਣ ਨੂੰ ਹਰਾ ਕੇ ਉਹਦੇ ਮੁਲਕ ਨੂੰ ਜਿੱਤ ਲੈਣਾ, ਜਿੱਤ ਲੈਣਾ, ਇਹ ਤਲਵਾਰ ਦਾ ਝਗੜਾ ਹੈ, ਤਲਵਾਰ ਦਾ। ਲੇਕਿਨ ਮੈਂ ਆਪ ਜੀ ਨੂੰ ਅਰਜ਼ ਕਰ ਦਵਾਂ, ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜੋ ਤਲਵਾਰ ਹੈ ਇਹ ਕਿਸੇ ਨੂੰ ਹਰਾਉਣ ਵਾਸਤੇ ਨਹੀਂ ਹੈ, ਇਹ ਕਿਸੇ ਦੇ ਮੁਲਕ ਨੂੰ ਜਿੱਤਣ ਵਾਸਤੇ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜੀ ਤੇਗ ਹੈ ਇਹ ਆਪਣੀ ਰੱਖਿਆ ਵਾਸਤੇ ਹੈ, ਆਪਣੀ ਰੱਖਿਆ, ਕਿਸੇ ਗਰੀਬ ਦੀ ਰੱਖਿਆ, ਮਜਲੂਮਾਂ ਦੀ ਰੱਖਿਆ, ਨਾ ਕਿ ਕਿਸੇ ਦੁਸ਼ਮਣ ਨੂੰ ਹਰਾ ਕੇ ਉਹਦੇ ਦੇਸ਼ ਨੂੰ ਜਿੱਤ ਲੈਣਾ, ਜਿੱਤ ਲੈਣਾ, ਐਸਾ ਨਹੀਂ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ, ਤਲਵਾਰ ਹੈ ਆਪਣੀ ਰੱਖਿਆ, ਗਰੀਬਾਂ ਦੀ ਰੱਖਿਆ, ਮਜਲੂਮਾਂ ਦੀ ਰੱਖਿਆ, ਪਰ ਹੋਇਆ ਕਿ ਇਸ ਤਲਵਾਰ ਦੇ ਨਾਲ ਕਿਸੇ ਦੂਜੇ ਨੂੰ ਮਾਰ ਦੇਣਾ, ਕਿਸੇ ਦੂਜੇ ਦੀ ਗਰਦਨ ਕੱਟ ਦੇਣਾ, ਜ਼ਮੀਨ ਤੇ ਡੇਗ ਦੇਣਾ ਤੇ ਉਹਦਾ ਸਭ ਕੁਝ ਖੋਹ ਲੈਣਾ, ਸਭ ਕੁਝ ਖੋਹ ਲੈਣਾ। ਇੱਕ ਇਹ ਯੁੱਗ ਸੀ, ਇੱਕ ਐਸਾ ਦੌਰ ਆਇਆ ਕਿ ਜਿਹਦੇ ਵਿੱਚ ਵਿਚਾਰਿਕ ਝਗੜਾ, ਵਿਚਾਰਿਕ, ਵਿਚਾਰਿਕ। ਜੇ ਤੂੰ ਵਿਦਵਾਨ ਹੈ ਮੇਰੇ ਨਾਲ ਬਹਿਸ ਕਰ, ਜੇਕਰ ਮੈਂ ਜਿੱਤ ਗਿਆ ਤੂੰ ਹਾਰ ਗਿਆ ਤੇ ਤੇਰੇ ਕੋਲ ਜਿਤਨੀ ਵੀ ਧਰਮ ਪੁਸਤਕਾਂ ਨੇ ਇਹ ਮੈਨੂੰ ਦੇ ਦੇਵੇਗਾ, ਮੈਨੂੰ, ਮੈਨੂੰ। ਫਿਰ ਲੋਕ ਕੀ ਕਰਦੇ ਸੀ, ਵਿਚਾਰਾਂ ਕਰਦੀਆਂ ਕਰਦੀਆਂ ਪੁਸਤਕਾਂ ਬਹੁਤ ਇਕੱਠੀਆਂ ਕਰ ਲੈਂਦੇ ਸੀ, ਬਹੁਤ ਇਕੱਠੀਆਂ, ਬਹੁਤ ਇਕੱਠੀਆਂ। ਅਰਬ ਦੇਸ਼ ਤੋਂ ਲੋਕ ਜਿਹੜੇ ਆਉਂਦੇ ਸੀ ਉਹ ਊਂਟਾਂ ਤੇ ਲੱਦ ਕੇ ਲਿਆਂਦੇ ਸੀ ਪੁਸਤਕਾਂ, ਔਰ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਸੀ ਉਹ ਬੈਲ ਗੱਡੀਆਂ ਤੇ ਪੁਸਤਕਾਂ ਦਾ ਭਾਰ ਲੱਦਦੇ ਸੀ, ਬੈਲ ਗੱਡੀਆਂ ਤੇ। ਸਾਹਿਬ ਨੇ ਇਸ ਨੂੰ ਮੁੱਖ ਰੱਖ ਕੇ ਕਿਹਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਾਰੀ ਹੈ ਸਾਥ। ਗੱਡੀਆਂ ਪਰਲੀਆਂ ਨੇ, ਬਹੁਤ ਸਾਰੇ ਧਾਰਮਿਕ ਗ੍ਰੰਥ ਇਕੱਠੇ ਕਰ ਲਏ ਨੇ, ਇਕੱਠੇ ਕਰ ਲਏ ਨੇ। ਕਾਹਦੇ ਵਾਸਤੇ? ਕਹਿੰਦੇ ਨੇ ਇਹਨਾਂ ਦੇ ਨਾਲ ਆਪਣੇ ਆਪ ਨੂੰ ਸਮਝਾਉਣਾ ਸੀ, ਆਪਣੇ ਆਪ ਨੂੰ, ਆਪਣੇ ਮਨ ਨੂੰ ਹਰਾਉਣਾ ਸੀ, ਪੁਸਤਕਾਂ ਪੜ੍ਹ ਕੇ ਆਪਣੇ ਮਨ ਨੂੰ ਕੰਟਰੋਲ ਵਿੱਚ ਕਰਨਾ ਸੀ। ਪਰ ਸਾਰਾ ਹੀ ਕੰਮ ਪੁੱਠਾ ਹੋ ਗਿਆ। ਪੜ੍ਹ ਪੜ੍ਹ ਕੇ ਮਨੁੱਖ ਇਤਨਾ ਹੰਕਾਰੀ ਬਣ ਗਿਆ ਕਿ ਮੈਂ ਦੂਜੇ ਨੂੰ ਹਰਾਉਣਾ ਹੈ, ਦੂਜੇ ਨੂੰ। ਸਾਹਿਬ ਜੀ ਕੀ ਕਹਿੰਦੇ ਨੇ, ਭਾਵੇਂ ਤੂੰ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਲੈ,
ਪੜ ਪੜ ਕੇ ਪੁਸਤਕਾਂ ਇਕੱਠੀਆਂ ਕਰ ਲੈ, ਨਾਨਕ ਲੇਖੈ ਇੱਕ ਗੱਲ, ਇੱਕ ਗੱਲ ਹੋਰ ਹਉ ਮੈਂ ਝਕਣਾ ਜਾਗ। ਲੇਖੇ ਵਿੱਚ ਇੱਕ ਹੀ ਗੱਲ ਹੈ, ਔਰ ਉਹ ਹੈ ਨਾਮ, ਉਹ ਹੈ ਬੰਦਗੀ, ਉਹ ਹੈ ਸਿਮਰਨ। ਇੱਥੇ ਆਪ ਜੀ ਨੇ ਇਹ ਨਾ ਸਮਝਣਾ ਕਿ ਧਾਰਮਿਕ ਪੁਸਤਕ ਪੜ੍ਹਨੀਆਂ ਜਾਂ ਵਿਦਿਅਤਾ ਹਾਸਲ ਕਰਨੀ ਕਿਤੇ ਗਲਤ ਹੈ, ਇਹਦਾ ਇਹ ਭਾਵ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਧਰਮ ਦੀ ਦੁਨੀਆ ਵਿੱਚ ਜੇਕਰ ਪੁਸਤਕ ਪੜ੍ਹਦਿਆਂ ਧਾਰਮਿਕ ਗ੍ਰੰਥ ਪੜ੍ਹਦਿਆਂ ਤੈਨੂੰ ਹੰਕਾਰ ਆ ਗਿਆ ਤਾਂ ਬੇਕਾਰ ਹੈ, ਬੇਕਾਰ ਹੈ। ਜਦੋਂ ਕਿ ਧਾਰਮਿਕ ਗ੍ਰੰਥ ਇਸ ਕਰਕੇ ਪੜ੍ਹਨੇ ਨੇ ਕਿ ਹੰਕਾਰ ਮਿਟ ਜਾਵੇ, ਗੁਰਬਾਣੀ ਇਸ ਕਰਕੇ ਪੜ੍ਹਨੀ ਹੈ ਕਿ ਵਿਕਾਰ ਖਤਮ ਹੋ ਜਾਣ, ਖਤਮ ਹੋ ਜਾਣ। ਪਰ ਜੇਕਰ ਕੋਈ ਮਨੁੱਖ ਕਹਿ ਦਵੇ ਕਿ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਕੰਪਲੀਟ ਯਾਦ ਹੈ, ਕੰਠਸ ਯਾਦ ਹੈ, ਮੇਰੇ ਵਰਗਾ ਕੋਈ ਹੈ ਹੀ ਨਹੀਂ, ਕੋਈ ਹੈ ਹੀ ਨਹੀਂ, ਤਾਂ ਇਸ ਨੂੰ ਕਹਿੰਦੇ ਨੇ ਤੂੰ ਹੰਕਾਰੀ ਬਣ ਗਿਆ, ਹੰਕਾਰੀ ਬਣ ਗਿਆ। ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਕੰਠਸ ਯਾਦ ਕਰ ਲਿਆ, ਹੰਕਾਰੀ ਬਣ ਗਿਆ, ਹੰਕਾਰੀ। ਜਦੋਂ ਕਿ ਗੁਰਬਾਣੀ ਇਸ ਕਰਕੇ ਪੜ੍ਹਨੀ ਸੀ ਹੰਕਾਰ ਮਿਟ ਜਾਵੇ, ਕ੍ਰੋਧ ਮਿਟ ਜਾਵੇ, ਲੋਭ ਮਿਟ ਜਾਵੇ, ਨਿਮਰਤਾ ਜਾਵੇ, ਨਿਮਰਤਾ ਜਾਵੇ, ਇਸ ਕਰਕੇ ਪੜ੍ਹਨੇ ਸੀ ਧਾਰਮਿਕ ਗ੍ਰੰਥ। ਸਾਹਿਬ ਜੀ ਕਹਿੰਦੇ ਨੇ ਕੁਝ ਵਿਦਵਾਨ ਐਸੇ ਜਿਹੜੇ ਕਿ ਨਦੀ ਪਾਰ ਕਰਕੇ ਦੂਜੇ ਸ਼ਹਿਰ ਵਿੱਚ ਜਾਂਦੇ ਸੀ, ਦੂਜੇ ਸ਼ਹਿਰ ਵਿੱਚ ਫਿਰ ਉਹ ਸਾਰਾ ਲੈਂਦੇ ਸੀ ਬੇੜਿਆਂ ਦਾ, ਕਿਸ਼ਤੀਆਂ ਦਾ। ਹੁਣ ਕਿਸ਼ਤੀਆਂ ਦੇ ਵਿੱਚ ਆਪ ਵੀ ਬੈਠਦੇ ਸੀ ਤੇ ਆਪਣੀਆਂ ਧਾਰਮਿਕ ਪੁਸਤਕਾਂ ਜਿਤਨੀ ਵੀ ਇਕੱਠੀਆਂ ਕੀਤੀਆਂ ਨੇ ਪੂਰੀ ਲਾਇਬ੍ਰੇਰੀ ਆਪਣੇ ਨਾਲ ਲੈ ਕੇ ਤੁਰਦੇ ਸੀ ਨਾਲ। ਕਿਤਨੇ ਹੀ ਮਨੁੱਖ ਜਦੋਂ ਦੇਖਦੇ ਸੀ ਇਹਦੇ ਕੋਲ ਇਤਨੀਆਂ ਧਾਰਮਿਕ ਪੁਸਤਕਾਂ, ਇਹ ਬਹੁਤ ਵਿਦਵਾਨ ਹੋਵੇਗਾ, ਇਹਦੇ ਨਾਲ ਗੱਲ ਕੀ ਕਰਨੀ ਹੈ, ਬਹੁਤ ਵਿਦਵਾਨ ਹੋਵੇਗਾ, ਬਹੁਤ ਵਿਦਵਾਨ। ਸਾਹਿਬ ਜੀ ਕਹਿੰਦੇ ਨੇ ਪੜ ਪੜ ਬੇੜੀ ਪਾਈ ਹੈ, ਪੜ ਪੜ ਭਾਰੀ ਹੈ ਭੂਰ। ਸਾਹਿਬ ਜੀ ਕਹਿੰਦੇ ਨੇ ਭਾਵੇਂ ਤੂੰ ਪੜ ਪੜ ਕੇ ਕਿਤਨਾ ਕੁਝ ਇਕੱਠਾ ਕਰ ਲੈ, ਕਿਤਨਾ ਵੀ ਇਕੱਠਾ ਕਰ ਲੈ, ਕਿਤਨਾ ਵੀ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਾਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ। ਟੋਏ ਪਰਦੇ ਗੱਡੀਆਂ ਦੇ, ਗੱਡੇ ਪਰਦੇ, ਇਤਨੀ ਪੁਸਤਕਾਂ, ਇਤਨੀ ਪੁਸਤਕਾਂ। ਔਰ ਪੂਰੀ ਦੀ ਪੂਰੀ ਬੇੜੀ ਤੇਰੀ ਭਰੀ ਹੋਵੇ ਪੁਸਤਕਾਂ ਦੇ ਨਾਲ, ਭਰੀ ਹੋਵੇ। ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ। ਖਾਤ ਕਹਿੰਦੇ ਨੇ ਟੋਏ ਨੂੰ, ਗੱਡੇ ਨੂੰ। ਕਿ ਤੇਰੇ ਕੋਲ ਇਤਨੇ ਗ੍ਰੰਥ ਹੋਣ ਕਿ ਡੂੰਘੇ ਤੋਂ ਡੂੰਘੇ ਟੋਏ ਵੀ ਭਰ ਜਾਣ, ਟੋਏ ਭਰ ਜਾਣ, ਬੇੜੀ ਭਰੀ ਹੋਵੇ। ਸਾਹਿਬ ਜੀ ਕਹਿੰਦੇ ਨੇ ਇਹ ਤਾਂ ਉਸੇ ਤਰ੍ਹਾਂ ਦੀ ਖੇਡ ਹੋਈ ਕਿ ਅਮਲ ਤਾਂ ਕੁਝ ਵੀ ਨਹੀਂ ਕੀਤਾ, ਪਰ ਬੇੜੀ ਭਰੀ ਹੋਈ ਹੈ ਪੁਸਤਕਾਂ ਦੇ ਨਾਲ, ਪੁਸਤਕਾਂ ਦੇ ਨਾਲ ਬੇੜੀ ਭਰੀ ਹੋਈ ਹੈ, ਪਰ ਅਮਲ ਦੇ ਵਿੱਚ ਕੁਝ ਵੀ ਨਹੀਂ ਹੈ। ਤਾਂ ਸਿਆਣੇ ਕਹਿੰਦੇ ਨੇ ਇਹ ਖੇਡ ਉਸੇ ਤਰ੍ਹਾਂ ਦੀ ਹੈ ਜਿਵੇਂ ਖੋਤੇ ਦੀ ਪਿੱਠ ਤੇ ਬਹੁਤ ਸਾਰੇ ਧਾਰਮਿਕ ਗ੍ਰੰਥ ਲੱਦੇ ਹੋਏ ਨੇ, ਪਰ ਖੋਤੇ ਨੂੰ ਕੁਝ ਵੀ ਨਹੀਂ ਆਉਂਦਾ, ਕੁਝ ਵੀ ਨਹੀਂ ਆਉਂਦਾ। ਖੋਤਾ ਖੋਤਾ ਹੀ ਰਹਿ ਗਿਆ, ਖੋਤਾ ਖੋਤਾ ਹੀ ਰਹਿ ਗਿਆ। ਭਾਵੇਂ ਉਹਨਾਂ ਦੀ ਪਿੱਠ ਤੇ ਬਹੁਤ ਸਾਰੇ ਧਾਰਮਿਕ ਗ੍ਰੰਥ ਲੱਦੇ ਹੋਏ ਨੇ, ਧਾਰਮਿਕ ਗ੍ਰੰਥ। ਸਾਹਿਬ ਜੀ ਕਹਿੰਦੇ ਨੇ ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ। ਪਰ ਇੱਕ ਗੱਲ ਚੇਤੇ ਰੱਖਣਾ, ਨਾਨਕ ਲੇਖੈ ਇੱਕ ਗੱਲ, ਹੋਰ ਹਾਮੇ ਝਕਣਾ ਜਾਗ। ਫਿਰ ਸਾਹਿਬ ਜੀ ਕਹਿੰਦੇ ਨੇ ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਹਸ। ਸਾਹਸ ਸਾਰੀ ਜ਼ਿੰਦਗੀ ਮਨੁੱਖ ਪੜ੍ਹਦਾ ਰਿਹਾ, ਪੜ੍ਹਦਾ ਰਿਹਾ, ਪੜ੍ਹਦਾ ਰਿਹਾ। ਹੁਣ ਮਨੁੱਖ ਕੀ ਸੋਚਦਾ ਹੈ, ਮੈਂ ਪਹਿਲਾਂ ਪੜ੍ਹ ਲਵਾਂ, ਅਮਲ ਬਾਅਦ ਵਿੱਚ ਕਰਾਂਗਾ, ਬਾਅਦ ਵਿੱਚ। ਸੁਖਮਨੀ ਸਾਹਿਬ ਮੈਂ ਕੰਠਸ ਕਰ ਲਵਾਂ ਤੇ ਇਹਦੇ ਵਿਚਾਰ ਮੈਂ ਬਾਅਦ ਵਿੱਚ ਦੇਖਾਂਗਾ, ਬਾਅਦ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਪਹਿਲਾਂ ਕੰਪਲੀਟ ਪੜ੍ਹ ਲਵਾਂ, ਉਸ ਤੋਂ ਬਾਅਦ ਮੈਂ ਦੇਖਾਂਗਾ ਇਹਦਾ ਅਰਥ ਕੀ ਹੈ, ਮੀਨਿੰਗ ਕੀ ਹੈ, ਭਾਵ ਕੀ ਹੈ। ਤਾਂ ਸਾਹਿਬ ਜੀ ਕੀ ਕਹਿੰਦੇ ਨੇ, ਕਹਿੰਦੇ ਨੇ ਕਿਤਨੀ ਦਫਾ ਜਦੋਂ ਸਾਰਾ ਜੀਵਨ ਬੀਤ ਗਿਆ ਪੜ੍ਹਦਿਆਂ ਪੜ੍ਹਦਿਆਂ ਪੜ੍ਹਦਿਆਂ, ਪਰ ਉਹਦੇ ਭਾਵ ਦੀ ਸਾਨੂੰ ਖਬਰ ਨਹੀਂ ਮਿਲੀ, ਤਾਂ ਐਸੀ ਵਿਦਤਾ ਮਨੁੱਖ ਨੂੰ ਰੋਗੀ ਬਣਾ ਦਿੰਦੀ ਹੈ। ਰੋਗੀ ਬਣ ਗਿਆ, ਰੋਗੀ। ਬਹੁਤ ਸਾਰੀਆਂ ਡਿਗਰੀਆਂ ਹਾਸਲ ਕਰ ਲਿਆ, ਪਰ ਅਮਲ ਕੁਝ ਨਹੀਂ ਕੀਤਾ, ਕੁਝ ਨਹੀਂ ਕੀਤਾ। ਕਹਿੰਦੇ ਨੇ ਇਹ ਵਿਦਤਾ ਤੇਰੀ ਤੈਨੂੰ ਰੋਗੀ ਬਣਾ ਦੇਗੀ, ਰੋਗੀ। ਔਰ ਬਣਾ ਦਿੰਦੀ ਹੈ, ਬਣਾ ਦਿੰਦੀ। ਸਾਹਿਬ ਜੀ ਕਹਿੰਦੇ ਨੇ ਇੱਕ ਪੰਕਤੀ ਪੜੋ,
ਪਰ ਉਹਦਾ ਭਾਵ ਵੀ ਸਮਝੋ। ਭਾਵੇਂ ਜਪਜੀ ਸਾਹਿਬ ਦੀ ਇੱਕ ਪੌੜੀ ਪੜੋ, ਪਰ ਇਹ ਵੀ ਨਾੜ ਦੀ ਨਾੜ ਦੇਖਦੇ ਜਾਓ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ, ਕੀ ਕਹਿ ਰਹੇ ਨੇ। ਕਿਉਂਕਿ ਕਿਤਨੇ ਹੀ ਗੁਰਮੁਖ ਐਸੇ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਾਂ ਆਸ਼ਾ ਕੀ ਵਾਰ ਦਾ ਕੀਰਤਨ ਸੁਣਦੇ ਨੇ ਜਾਂ ਗੁਰਬਾਣੀ ਪੜ੍ਹਦੇ ਨੇ, ਮੈਂ ਉਹਨਾਂ ਨੂੰ ਬੈਰਾਗ ਦੇ ਵਿੱਚ ਰੋਂਦੇ ਦੇਖਿਆ, ਅੱਖਾਂ ਵਿੱਚ ਆਂਸੂ, ਬੈਰਾਗ ਦੇ ਵਿੱਚ, ਬੈਰਾਗ ਦੇ। ਕਿਉਂਕਿ ਇੱਕ ਇੱਕ ਅੱਖਰ ਉਹਨਾਂ ਨੂੰ ਉਪਦੇਸ਼ ਦੇ ਰਿਹਾ ਹੈ, ਇੱਕ ਇੱਕ ਅੱਖਰ, ਇੱਕ ਇੱਕ ਅੱਖਰ। ਗੁਰਬਾਣੀ ਦੇ ਬੋਲ ਇਤਨੇ ਕੀਮਤੀ ਨੇ ਕਿਉਂਕਿ ਇਹ ਬਾਣੀ ਨਿਰੰਕਾਰ ਦੀ ਹੈ, ਨਿਰੰਕਾਰ। ਕਹਿਣ ਦਾ ਭਾਵ ਗੁਰਬਾਣੀ ਪੜ੍ਹਦੇ ਜਾਓ, ਵਿਚਾਰਦੇ ਜਾਓ, ਵਿਚਾਰਦੇ ਜਾਓ, ਔਰ ਨਾੜ ਦੀ ਨਾੜ ਅਮਲ ਦੇ ਵਿੱਚ ਲਿਆਂਦੇ ਜਾਓ, ਅਮਲ ਦੇ ਵਿੱਚ, ਅਮਲ ਦੇ ਵਿੱਚ। ਇਹ ਨਾ ਕਹਿਣਾ ਕਿ ਪਹਿਲਾਂ ਅਸੀਂ ਬਾਣੀ ਪੜ੍ਹ ਲਈਏ, ਬੁਢੇਪੇ ਵਿੱਚ ਜਾ ਕੇ ਅਮਲ ਕਰਾਂਗੇ। ਸਾਹਿਬ ਜੀ ਕਹਿੰਦੇ ਨੇ ਨਹੀਂ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਮਾਸ। ਭਾਵੇਂ ਸਾਰੀ ਉਮਰ ਪੜ੍ਹਦਾ ਰਹੇ, ਸਾਰੀ ਉਮਰ, ਜਿਤਨੇ ਤੇਰੇ ਸਾਹ ਨੇ, ਜਿਤਨੀ ਤੇਰੀ ਆਰਜਾ ਹੈ, ਜਿਤਨੀ ਤੇਰੀ ਉਮਰ ਹੈ, ਪੜ੍ਹਦਾ ਰਹੇ, ਪਰ ਅਮਲ ਨਹੀਂ ਕੀਤਾ, ਫਿਰ ਕੀ ਫਾਇਦਾ, ਕੀ ਫਾਇਦਾ। ਕਿਉਂਕਿ ਨਾਨਕ ਲੇਖੈ ਇੱਕ ਗੱਲ, ਹੋਰ ਹਉ ਮੈਂ ਝਖਣਾ ਝਾਕ। ਕਿਤਨੀ ਦਫਾ ਕੀ ਹੁੰਦਾ ਹੈ, ਕੋਈ ਪੁੰਨ ਕੀਤਾ ਇਸ ਕਰਕੇ ਮੇਰਾ ਹੰਕਾਰ ਮਿਟ ਜਾਵੇ, ਜੋੜਿਆਂ ਦੀ ਸੇਵਾ ਕੀਤੀ ਇਸ ਕਰਕੇ ਮੇਰਾ ਹੰਕਾਰ ਮਿਟ ਜਾਵੇ, ਝਾੜੂ ਦੀ ਸੇਵਾ ਕੀਤੀ ਇਸ ਕਰਕੇ ਮੇਰਾ ਹੰਕਾਰ ਮਿਟ ਜਾਵੇ, ਮੱਥਾ ਟੇਕਿਆ ਇਸ ਕਰਕੇ ਮੇਰਾ ਹੰਕਾਰ ਮਿਟ ਜਾਵੇ, ਸ਼ੀਸ਼ ਇਸ ਕਰਕੇ ਝੁਕਾਇਆ ਮੇਰਾ ਹੰਕਾਰ ਟੁੱਟ ਜਾਵੇ। ਪਰ ਕਿਤਨੀ ਦਫਾ ਕੀ ਹੁੰਦਾ ਹੈ, ਹੱਥ ਵਿੱਚ ਝਾੜੂ ਹੈ, ਹੰਕਾਰ ਬੁਲੰਦ ਹੈ, ਬੁਲੰਦ ਹੈ। ਸੇਵਾ ਜੋੜਿਆਂ ਦੀ ਪਈ ਕਰਦਾ ਹੈ, ਹੰਕਾਰ ਬੁਲੰਦ ਹੈ, ਬੁਲੰਦ ਹੈ। ਲੰਗਰ ਦੀ ਸੇਵਾ ਪਈ ਕਰਦਾ ਹੈ, ਇਸ ਕਰਕੇ ਨਿਮਰਤਾ ਆ ਜਾਵੇ, ਪਰ ਗੁਸਤਾਖੀ ਮਾਫ, ਹੰਕਾਰ ਬੁਲੰਦ ਹੈ, ਬੁਲੰਦ ਹੈ। ਗੁਰੂ ਸਾਹਿਬ ਦੇ ਚਰਨਾਂ ਤੇ ਸ਼ੀਸ਼ ਪਈ ਝੁਕਾ ਰਿਹਾ ਹੈ, ਪਰ ਹੰਕਾਰ ਬੁਲੰਦ ਹੈ। ਸ਼ੀਸ਼ ਇਸੇ ਕਰਕੇ ਝੁਕਾਣਾ ਹੈ ਕਿ ਹੰਕਾਰ ਮਿਟ ਜਾਵੇ, ਟੁੱਟ ਜਾਵੇ, ਖਤਮ ਹੋ ਜਾਵੇ। ਦਾਨਸ਼ਬੰਦ ਕਹਿੰਦੇ ਨੇ ਕਿ ਪਰਮਾਤਮਾ ਔਰ ਮਨੁੱਖ ਦੇ ਵਿਚਕਾਰ ਜਿਹੜੀ ਇੱਕ ਦੀਵਾਰ ਹੈ, ਬਸ ਇੱਕੋ ਹੀ ਹੈ, ਇੱਕੋ ਹੀ, ਹੋਰ ਕੋਈ ਦੀਵਾਰ ਨਹੀਂ ਹੈ, ਇੱਕੋ ਹੀ ਦੀਵਾਰ ਹੈ। ਔਰ ਉਹ ਦੀਵਾਰ ਹੈ ਹਉ ਮੈਂ ਦੀ, ਹਉ ਮੈਂ ਦੀ। ਹਉ ਮੈਂ ਬੂਝੈ ਤਾਂ ਦਰ ਸੂਝੈ। ਜਿਸ ਦਿਨ ਮਨੁੱਖ ਦਾ ਹੰਕਾਰ ਮਿਟਦਾ ਹੈ, ਪ੍ਰਭੂ ਦਾ ਦਰ ਖੁੱਲ ਜਾਂਦਾ ਹੈ, ਖੁੱਲ ਜਾਂਦਾ ਹੈ। ਜਿਸ ਦਿਨ ਹੰਕਾਰ ਮਿਟਦਾ ਹੈ, ਮਿਟਦਾ ਹੈ। ਮਹਿਲਾ ਪਹਿਲਾ। ਸਾਹਿਬ ਜੀ ਕਹਿੰਦੇ ਨੇ, ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਾਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਵਾਦ ਗਮਾਇਆ, ਬਹੁ ਦੁਖ ਪਾਇਆ ਦੂਜਾ ਭਾਇਆ, ਬਸਤਰ ਨਾ ਪਹਿਰੇ ਐਨਿਸ ਕਹਿਰੇ, ਮੌਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ, ਪਗ ਉਪੇਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸ਼ਿਰ ਛਾਈ ਪਾਈ, ਮੂਰਖ ਅੰਧੈ ਪਤ ਗਮਾਈ, ਵਿਣ ਨਾਵੈ ਕਿਛ ਥਾਏ ਨ ਪਾਈ, ਰਹੇ ਬਿਬਾਣੀ ਮਣੀ ਮਸਾਣੀ, ਅੰਧ ਨ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹਿ ਕੇਵਲ, ਹਉ ਮੈਂ ਸ਼ਬਦ ਜਲਾਏ, ਸ਼ਬਦ ਜਲਾਏ। ਇੱਕ ਇੱਕ ਬੋਲ ਕਿਤਨੇ ਕੀਮਤੀ ਨੇ, ਕਿਤਨੇ ਕੀਮਤੀ। ਤੇ ਇਸ ਸ਼ਬਦ ਦੀ ਜਿਹੜੀ ਮੂਲ ਪੰਕਤੀ ਹੈ ਉਹ ਹੈ, ਨਾਮ ਤੋਂ ਬਗੈਰ ਥਾਂ ਨਹੀਂ ਮਿਲ ਸਕਦੀ, ਨਾਮ ਤੋਂ ਬਗੈਰ, ਨਾਮ ਤੋਂ ਬਗੈਰ। ਹੁਣ ਜੇਕਰ ਮਨੁੱਖ ਦੇ ਕੋਲ ਨਾਮ ਨਹੀਂ ਹੈ, ਹਿਰਦੇ ਵਿੱਚ ਨਾਮ ਨਹੀਂ ਹੈ, ਤੇ ਐਸੇ ਮਨੁੱਖ ਦੀ ਦਸ਼ਾ ਕੈਸੀ ਹੁੰਦੀ ਹੈ। ਸਾਹਿਬ ਜੀ ਕਹਿੰਦੇ ਨੇ, ਲਿਖ ਲਿਖ ਪੜਿਆ ਤੇਤਾ ਕੜਿਆ, ਤੇਤਾ ਕੜਿਆ। ਲਿਖ ਲਿਖ ਕੇ ਬਹੁਤ ਸਾਰੀਆਂ ਪੁਸਤਕਾਂ ਤਿਆਰ ਹੋ ਗਈਆਂ, ਤਿਆਰ ਹੋ ਗਈਆਂ, ਔਰ ਮਨੁੱਖ ਉਹਨਾਂ ਤੇ ਲਿਖ ਦਿੰਦਾ ਹੈ, ਇਹਦਾ ਰਾਈਟਰ ਇਹ ਹੈ, ਮੈਂ ਹਾਂ ਇਹਦਾ ਰਾਈਟਰ, ਇਹਦਾ ਲਿਖਾਰੀ ਮੈਂ ਹਾਂ। ਪੁਸਤਕ ਲਿਖ ਕੇ ਲਿਖ ਦਿੰਦਾ, ਇਹਦਾ ਲਿਖਾਰੀ ਮੈਂ ਹਾਂ, ਮੈਂ ਹਾਂ, ਮੈਂ ਹਾਂ। ਸਾਹਿਬ ਜੀ ਕਹਿੰਦੇ ਨੇ, ਸੂਰਜ ਪ੍ਰਕਾਸ਼ ਦੇ ਰਿਹਾ ਹੈ, ਤੇ ਆਪ ਜੀ ਨੇ ਕਦੇ ਨਹੀਂ ਸੁਣਿਆ ਹੋਵੇਗਾ ਕਿ ਸੂਰਜ ਦਾਵਾ ਕਰਦਾ ਹੈ ਕਿ ਪ੍ਰਕਾਸ਼ ਮੈਂ ਦੇ ਰਿਹਾ।
ਕਿ ਸੂਰਜ ਦਾਵਾ ਕਰਦਾ ਹੋਵੇ ਕਿ ਪ੍ਰਕਾਸ਼ ਮੈਂ ਦੇ ਰਿਹਾ, ਮਨੁੱਖ ਨੇ ਇੱਕ ਪੁਸਤਕ ਲਿਖੀ, ਆਪਣਾ ਨਾਮ ਲਿਖ ਦਿੱਤਾ, ਲਿਖਾਰੀ ਮੈਂ ਹਾਂ, ਮੈਂ ਹਾਂ। ਜੇਕਰ ਇਸ ਨੂੰ ਬਹੁਤ ਗਹਿਰਾਈ ਦੇ ਨਾਲ ਵਿਚਾਰੀਏ, ਸਿੱਖ ਪੰਥ ਦੇ ਮਹਾਨ ਵਿਦਵਾਨ ਸੰਤ ਸਿੰਘ ਜੀ ਮਸ਼ਕੀਨ ਕਹਿੰਦੇ ਸੀ ਕਿ ਵਿਚਾਰ ਕਿਸੇ ਦੇ ਵੀ ਆਪਣੇ ਨਹੀਂ ਹੁੰਦੇ, ਆਪਣੇ ਨਹੀਂ ਹੁੰਦੇ, ਕਿਉਂਕਿ ਵਿਚਾਰ ਫੈਲੇ ਪਏ ਨੇ, ਅਸੀਂ ਇਕੱਠੇ ਕਰਦੇ ਹਾਂ ਤੇ ਆਪਣਾ ਵਿਚਾਰ ਕੁਝ ਵੀ ਨਹੀਂ ਹੈ, ਆਪਣੇ ਵਿਚਾਰ ਕਿਸੇ ਦੇ ਵੀ ਨਹੀਂ ਨੇ, ਕਿਉਂਕਿ ਵਿਚਾਰ ਪਹਿਲਾਂ ਮੌਜੂਦ ਸੀ ਤਾਂ ਹੀ ਤਾਂ ਸਾਡੇ ਜ਼ਿਹਨ ਵਿੱਚ ਆਏ ਨੇ, ਜੇਕਰ ਕੋਈ ਵਿਚਾਰ ਹੁੰਦਾ ਹੀ ਨਾ ਧਰਤੀ ਤੇ ਸਾਡੇ ਜ਼ਿਹਨ ਵਿੱਚ ਕਿਵੇਂ ਆਉਂਦੇ? ਵਿਚਾਰ ਮੌਜੂਦ ਨਹੀਂ, ਅਸੀਂ ਇਕੱਠੇ ਕੀਤੇ ਨੇ, ਸਾਮਗਰੀ ਮੌਜੂਦ ਹੈ, ਅਸੀਂ ਉਹਨੂੰ ਲੱਭੀ ਹੈ, ਪਰ ਸਾਮਗਰੀ ਮੌਜੂਦ ਹੈ, ਸਭ ਕੁਝ ਮੌਜੂਦ ਹੈ, ਸਭ ਕੁਝ, ਪਰ ਕਿਸੇ ਦੇ ਹੱਥ ਕੁਝ ਲੱਗਿਆ, ਕਹਿ ਦਿੰਦੇ ਨੇ ਕਿ ਇਹਦਾ ਲਿਖਾਰੀ ਇਹ ਹੈ, ਇਹਦਾ ਖੋਜੀ ਇਹ ਹੈ। ਜੇਕਰ ਉਹ ਵਸਤੂ ਹੁੰਦੀ ਨਾ, ਕਿੱਥੋਂ ਖੋਜਦੇ? ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ